ਬਾਲ ਚੋਜ਼ ਜਿੰਕੂ ਬੱਚੇ ਮਾਵਾਂ ਦੀਆਂ ਗੋਦੀਆਂ ਵਿੱਚ ਪਲਦੇ ਹਨ, ਆਪ ਵੀ ਆਪਣੀ ਪਿਆਰੀ ਮਾਤਾ ਦੀ ਗੋਦੀ ਵਿੱਚ ਖੇਲ-ਖੇਲ ਕੇ ਪਲੇ। ਮਾਂ ਬੜੇ ਲਾਡਾਂ ਨਾਲ ਪਾਲਦੀ ਸੀ। ਦਾਦੀ, ਜਿਨ੍ਹਾਂ ਦਾ ਨਾਮ ਮਾਤਾ ਨਾਨਕੀ ਜੀ ਸੀ, ਉਹ ਵੀ ਬਹੁਤ ਲਾਡ ਕਰਦੀ ਸੀ। ਮਾਮਾ ਕਿਰਪਾਲ ਚੰਦ ਜੀ ਪਿਆਰ ਵੀ ਕਰਦੇ ਸਨ, ਲਾਡ ਵੀ ਲਡਾਉਂਦੇ ਸਨ ਤੇ ਹਰ ਤਰ੍ਹਾਂ ਦੀ ਰਾਖੀ ਵੀ ਕਰਦੇ ਸਨ। ਬਾਲਕ ਗੁਰੂ ਜੀ ਦਾ ਨਾਮ ਗੋਬਿੰਦ ਸਿੰਘ ਰੱਖਿਆ ਗਿਆ। ਮਾਤਾ ਤੇ ਦਾਦੀ ਲਾੜ ਨਾਲ ਗੋਬਿੰਦ ਗੋਬਿੰਦ ਕਰਕੇ ਆਵਾਜ਼ਾਂ ਮਾਰਦੀਆਂ ਸਨ। ਬਾਲਕ ਗੁਰੂ ਬਹੁਤੇ ਸੋਹਣੇ ਸਨ, ਬੜੇ ਹਸਮੁਖ ਸਨ, ਹਰ ਵੇਲੇ ਹਸੂ ਕਰਦੇ ਲੱਗਦੇ ਸਨ। ਹੋਰਨਾਂ ਬਾਲਾਂ ਵਾਂਗੂ ਰੋਣਾ ਤਾਂ ਜਾਣਦੇ ਹੀ ਨਹੀਂ ਸਨ। ਦਿਨੋਂ ਦਿਨ ਵੱਡੇ ਹੋ ਰਹੇ ਸਨ। ਪਹਿਲੋਂ ਖਿਡੌਣਿਆਂ ਨਾਲ ਖੇਡਣ ਲੱਗੇ, ਫਿਰ ਵੱਡੇ ਹੋਏ ਤਾਂ ਰਿੜਦੇ ਖਿਡਾਉਣ ਲੱਗ ਪਏ। ਰਿੜਦੇ ਵੀ ਬੈਠੇ ਬੈਠੇ ਸਨ, ਕਮਰ ਝੁਕਾਏ ਕਦੇ ਨਾ ਸੇ ਰਿੜੇ। ਖਿਡਾਉਂਦੇ ਫਿਰ ਤੁਰਨ ਲੱਗ ਪਈ। ਇਸੇ ਤਰ੍ਹਾਂ ਦਿਨੋਂ ਦਿਨ ਵੱਡੇ ਹੁੰਦੇ ਗਏ। ਮਾਂ ਬੜੇ ਲਾਡ ਨਾਲ ਸੋਹਣੇ ਕੱਪੜੇ ਪਾਉਂਦੀ ਸੀ। ਜਦੋਂ ਜ਼ਰਾ ਹੋਰ ਸਿਆਣੇ ਹੋਏ ਤੇ ਤੁਰਨ ਫਿਰਨ ਲੱਗ ਪਏ ਤਾਂ ਮਾਤਾ ਜੀ ਆਪ ਦੇ ਸੀਸ ਤੇ ਪੱਗ ਬੰਨ੍ਹ ਦਿਆ ਕਰਦੇ ਸਨ। ਸ਼ਹਿਰ ਦੇ ਸਿੱਖ ਸੇਵਕ ਬੜੇ ਧਨੀ ਲੋਕ ਵੀ ਸਨ। ਧਨੀਆਂ ਦੀਆਂ ਇਸਤਰੀਆਂ ਖਿਡੌਣੇ, ਕੱਪੜੇ, ਗਹਿਣੇ ਲਿਆ ਭੇਟਾਂ ਕਰਦੀਆਂ ਸਨ। ਇੱਕ ਦਿਨ ਕਿਸੇ ਬੀਬੀ ਨੇ ਸੋਹਣੀ ਨਿੱਕੀ ਜਿਹੀ ਵਡਮੁੱਲੇ ਖੰਭਾਂ ਦੀ ਕਲਗੀ, ਜੋ ਜੜਾਊ ਜਿਗਾ ਉੱਤੇ ਲਾਈ ਹੋਈ ਸੀ, ਲਿਆ ਭੇਟਾਂ ਕੀਤੀ। ਮਾਤਾ ਜੀ ਨੇ ਉਹ ਕਲਗੀ ਕਦੇ ਪੱਗ ਵਿੱਚ ਸਜਾ ਦੇਣੀ। ਤਦੇ ਲੋਕੀ ਕਲਗੀਆਂ ਵਾਲਾ ਕਹਿਣ ਲੱਗ ਪਏ। ਹੁਣ ਵਰੇਸ਼ ਬਾਲਾਂ ਨਾਲ ਖੇਡਣ ਦੀ ਆ ਗਈ। ਕਦੇ ਆਪਣੇ ਵਿਹੜੇ ਵਿੱਚ, ਕਦੇ ਗਲੀ ਵਿੱਚ, ਕਦੇ ਬਾਜ਼ਾਰਾਂ ਵਿੱਚ ਖੇਡਦੇ ਤੇ ਕਦੇ ਗੰਗਾ ਕਿਨਾਰੇ ਜਾ ਨਿਕਲਦੇ। ਪਤਾ ਨਹੀਂ ਲੱਗਾ ਕਦੋਂ ਤੇ ਕਿੰਜ ਤਰਨਾ ਸਿੱਖ ਗਏ। ਮਾਮਾ ਜੀ ਰਾਖੀ ਰੱਖਦੇ, ਨਾਲ ਵੀ ਜਾਂਦੇ, ਬੇੜੀਆਂ ਵਿੱਚ ਆਪ ਲੈ ਚੜ੍ਹਦੇ। ਪਰ ਬਾਲ ਗੁਰੂ ਜੀ ਆਪਣੇ ਆਪ ਵੀ ਅਚਰਜ ਖੇਡਾਂ ਰਚਾਉਂਦੇ। ਬੱਚਿਆਂ ਨੂੰ ਫੌਜਾਂ ਵਾਂਗੂ ਖੜਿਆ ਕਰਕੇ ਆਪਣੇ ਹੁਕਮ ਦਿੰਦੇ, ਅੱਗੇ ਪਿੱਛੇ ਤੋਰਦੇ, ਖੜਾ ਕਰਦੇ, ਭਜਾਉਂਦੇ ਤੇ ਰੋਕਦੇ। ਸਭ ਬੱਚੇ ਮਗਰ ਹੁਕਮ ਮੰਨਦੇ ਟੁਰਦੇ। ਆਪਣੇ ਸਾਥੀ ਬਾਲਾਂ ਨੂੰ ਬਾਲਕ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਈ ਵੇਰ ਘਰ ਲੈ ਆਉਂਦੇ, ਪਤੰਗ ਲੁਆ ਕੇ ਰੋਟੀ ਖਿਲਾਉਂਦੇ। ਜਦ ਬੇੜੀ ਦੀ ਸੈਰ ਨੂੰ ਜਾਂਦੇ ਜਾਂ ਬਾਗਾਂ ਦੀ ਸੈਰ ਨੂੰ ਜਾਂਦੇ ਤਾਂ ਵੀ ਬਾਲਾਂ ਦੀ ਆਪਣੀ ਸੈਨਾ ਕਈ ਵੇਰ ਨਾਲ ਲੈ ਜਾਂਦੇ। ਕਦੇ ਨਦੀ ਕਿਨਾਰੇ ਘਾਟ ਤੇ ਜਾ ਕੇ ਬੱਚੇ ਨਦੀ ਵਿੱਚ ਵੜ ਕੇ ਖੂਬ ਪਾਣੀ ਉਛਾਲਦੇ ਤੇ ਅਨੇਕ ਖੇਡਾਂ ਕਰਦੇ। ਕਦੇ ਅੱਗੇ ਆਪ ਟੁਰਦੇ, ਮਗਰ ਬੱਚੇ ਕਦਮ ਬਨ ਕੇ ਟੁਰਦੇ। ਕਦੇ ਖੇਲਦੇ ਇੱਕ ਦੂਜੇ ਤੇ ਖੇਲਾਂ ਵਿੱਚ ਹੀ ਹੱਲੇ ਕਰਕੇ ਗੁੱਥਮ ਗੁੱਥੇ ਹੋ ਜਾਂਦੇ। ਜੇ ਬਾਜ਼ਾਰ ਵਿੱਚ ਕੋਈ ਬਾਹਰੋਂ ਆਇਆ ਪੁੱਛਦਾ ਕਿ ਬੱਚੇ ਅਨੋਖੀਆਂ ਖੇਲਾਂ ਖੇਲਦੇ ਹਨ, ਕੌਣ ਹੈ ਇਹਨਾਂ ਦਾ ਮੀਰੀ ਸਰਦਾਰ, ਤਾਂ ਕਿਸੇ ਦੱਸਣਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸਾਹਿਬਜ਼ਾਦਾ ਗੋਬਿੰਦ ਹੈ। ਜੇ ਉਸ ਪੁੱਛਣਾ ਉਹ ਗੋਬਿੰਦ ਕਿਹੜਾ ਹੈ ਤਾਂ ਕਿਸੇ ਦੱਸਣਾ ਤੂੰ ਸਿਆਣ ਕਰ ਲੈ ਸਾਰੇ ਮੁੰਡਿਆਂ ਦੀ, ਜਿਸ ਦੀ ਪੱਗ ਵਿੱਚ ਕਲਗੀ ਹੋਏਗੀ ਉਹ ਹੈ ਗੋਬਿੰਦ। ਸਾਰਿਆਂ ਨੂੰ ਮਗਰ ਪਿੱਛੇ ਲਾ ਕੇ ਤੋਰਨ ਵਾਲਾ ਤੇ ਨਵੀਆਂ ਖੇਲਾਂ ਦੱਸਣ ਵਾਲਾ। ਪੂਰੇ ਗੁਰੂ ਦਾ ਬਾਲਕ ਜੋ ਹੋਇਆ, ਇਹ ਬੜੇ ਤੇਜ ਵਾਲਾ ਹੈ। ਇਹ ਧੁਰੋਂ ਰੱਬ ਜੀ ਪਾਸੋਂ ਆਇਆ ਹੈ। ਇਹ ਗੱਲ ਵੀ ਲੋਕਾਂ ਵਿੱਚ ਹੋ ਗਈ ਕਿ ਇਹ ਬਾਲਕ ਕਿਸੇ ਵੇਲੇ ਡਾਢੀ ਖੁਸ਼ੀ ਕੀ ਗੁੱਸੇ ਵਿੱਚ ਜੋ ਕੁਝ ਆਖ ਦਿੰਦਾ ਹੈ ਤਾਂ ਉਹ ਕੁਝ ਹੋ ਕੇ ਰਹਿੰਦਾ ਹੈ। ਇਸ ਕਰਕੇ ਨਾਲ ਦੇ ਖੇਡਣ ਵਾਲੇ ਬਾਲਕ ਤੇ ਗੁਰਸਿੱਖ ਤੇ ਬੀਬੀਆਂ ਭੈ ਵੀ ਮੰਨਣ ਲੱਗ ਪਏ ਸਨ। ਪਰ ਬੜੇ ਅਚਰਜ ਦੀ ਗੱਲ ਹੈ ਕਿ ਇੱਕ ਦਿਨ ਕੁਝ ਬੀਬੀਆਂ ਨੇ ਬੜੇ ਪਿਆਰ ਦੇ ਕੇ ਇਹ ਵਾਹ ਲਾਈ ਕਿ ਗੁਰੂ ਬਾਲਕੇ ਦੇ ਮੂੰਹੋਂ ਇਹ ਆਸੀਸ ਨਿਕਲ ਜਾਵੇ ਕਿ ਇਸ ਬੀਬੀ ਦੇ ਘਰ ਬੱਚੇ ਜੰਮ ਪੈਣ। ਹੁਣ ਗੱਲ ਤੁਰਦੀ ਹੈ ਕਿ ਕਿਹੜੀ ਬੀਬੀ ਦੇ ਘਰ। ਕੋਈ ਆਪਣੇ ਵਿੱਚੋਂ ਬੀਬੀ ਲੈ ਆਈਆਂ ਸਨ, ਜਿਸ ਨੂੰ ਪੁੱਤਰ ਖਿਡਾਉਣ ਦੀ ਬੜੀ ਰੀਝ ਆਉਂਦੀ ਸੀ। ਜਦ ਸਾਰੀਆਂ ਬੀਬੀਆਂ ਨੇ ਫੁਲਾਹੁਣੀਆਂ ਦੇ ਕੇ ਫੁਲਾਈਆਂ ਕਿ ਇਹ ਗੁਰੂ ਕੇ ਨੰਦਨ ਜੀ, ਇਸ ਬੀਬੀ ਨੂੰ ਕਹਿ ਦਿਓ ਜਾ ਤੇਰੀ ਗੋਦੀ ਬੇਟਾ ਖੇਲੇਗਾ, ਤਦ ਝੱਟ ਹਾਸੇ ਖੇਡੇ ਦਾ ਚਿਹਰਾ ਵੱਟ ਗਿਆ। ਸਿਆਣੇ ਕਿਸੇ ਵੱਡੇ ਗਿਆਨੀ ਵਾਂਗ ਗੱਲਾਂ ਕਰਨ ਲੱਗ ਪਏ। ਆਖਣ ਲੱਗੇ ਇਹਦੇ ਕਰਮ ਜਾਣਨ, ਕਰਮ ਹੋਏ ਤਾਂ ਬੇਟਾ ਹੋ ਜਾਸੀ। ਮੈਂ ਕਿਉਂ ਆਖਾਂ ਪੁੱਤਰ ਜੰਮੇ। ਸਾਰੇ ਹਰਿਆਨ ਹੋ ਗਏ ਕਿ ਬਾਲਕੇ ਦੀ ਉਮਰਾਂ ਦੇਖੋ ਤੇ ਕਿਸੇ ਦੀ ਫੁਲਾਹੁਣੀ ਵਿੱਚ ਨਹੀਂ ਆਇਆ ਤੇ ਕੈਸੀ ਗੱਲ ਪੱਕੀ ਦਿਨਾਈ ਦੀ ਕਰ ਦਿੱਤੀ ਸੂ। ਇਸੇ ਤਰ੍ਹਾਂ ਇੱਕ ਦਿਨ ਮਾਤਾ ਜੀ ਨੂੰ ਬੇਨਤੀ ਕੀਤੀ ਗਈ ਕਿ ਸਾਹਿਬਜ਼ਾਦੇ ਦੇ ਮੂੰਹੋਂ ਇਸ ਬੀਬੀ ਨੂੰ, ਜਿਸ ਨੂੰ ਨਾਲ ਲਿਆਇਆ ਹਾਂ, ਅਸੀਸ ਲੈ ਦਿਓ ਕਿ ਇਹ ਪੁੱਤਰ ਖਿਡਾਵੇ। ਜਦ ਆਪ ਜੀ ਖੇਡਦੇ ਆਏ ਤਾਂ ਮਾਤਾ ਜੀ ਨੇ ਪਿਆਰ ਦੇ ਕੇ ਕਿਹਾ, ਬੇਟਾ
ਇਹ ਤੇਰੇ ਪਿਤਾ ਗੁਰੂ ਜੀ ਦੇ ਸਿੱਖ ਹਨ। ਆਸੀਸ ਦੇਹੋ, ਕਹੋ ਜਾਂ ਤੇਰੀ ਗੋਦੀ ਪੁੱਤਰ ਖੇਲੇਗਾ। ਤਾਂ ਉਸੇ ਬਾਲਕ ਲੀਲਾ ਦੇ ਰੰਗ ਵਿੱਚ ਤਾੜੀ ਮਾਰ ਕੇ ਹੱਸੇ, ਅੰਮਾ ਪੁੱਤਰ ਐਵੇਂ ਦੇ ਦੇਈਦੇ ਹਨ। ਇਹਨਾਂ ਕੋਲ ਕਈ ਕਿਸ਼ਤੀਆਂ ਹੈ, ਇੱਕ ਜੋ ਸਭ ਤੋਂ ਸੋਹਣੀ ਹੈ ਮੈਨੂੰ ਦੇ ਦੇਣ, ਫਿਰ ਇੱਕ ਪੁੱਤਰ ਕੀ 5 ਲੈ ਲੈਣ। ਉਸ ਸੁਆਣੀ ਨੇ ਮੱਥਾ ਟੇਕਿਆ, ਖੁਸ਼ ਹੋ ਗਈ ਕਿ ਮੈਨੂੰ ਅਸੀਸ ਮਿਲ ਗਈ ਹੈ। ਉਸ ਦੀਆਂ ਸਾਥਣਾਂ ਨੇ ਕਿਹਾ ਕਿ ਸਾਹਿਬਜ਼ਾਦੇ ਜੀ, ਉਹ ਕਿਸ਼ਤੀ ਹੁਣ ਤੋਂ ਆਪ ਦੀ ਹੋ ਗਈ, ਅਸਾਂ ਭੇਟਾਂ ਕਰ ਦਿੱਤੀ ਹੈ। ਨਿੱਕੀ ਜਿਹੀ ਛੜੀ ਹੱਥ ਵਿੱਚ ਸੀ। ਉਸ ਬੀਬੀ ਦੇ ਸਿਰ ਤੇ 5 ਨਿੱਕੀਆਂ ਠੋਕਰਾਂ ਦੇ ਕੇ ਬੋਲੇ, ਇੱਕ ਨਹੀਂ 5 ਹੋਣਗੇ। ਘਰ ਜਾ ਕੇ ਉਸ ਬੀਬੀ ਨੇ ਆਪਣੇ ਪਤੀ ਨੂੰ ਕਿਹਾ। ਉਹ ਬੜਾ ਸ਼ਾਹ ਸੀ ਤੇ ਬੇੜੀਆਂ ਦਾ ਮਾਲਕ ਸੀ, ਗੁਰੂ ਕਾ ਸਿੱਖ ਸੀ। ਉਸ ਨੇ ਧੰਨ ਭਾਗ ਸਮਝੇ ਕਿ ਗੁਰੂ ਬਾਲਕੇ ਦੇ ਮੂੰਹੋਂ ਸ਼ੁਕਰ ਹੈ ਨਿੱਕੀ ਜਿਹੀ ਮੰਗ ਨਿਕਲੀ ਹੈ, ਨਹੀਂ ਤਾਂ ਗੁਰੂ ਦਾਤੇ ਹਨ, ਕਦੇ ਕੁਛ ਨਹੀਂ ਮੰਗਦੇ। ਹੈ ਤਾਂ ਬਿਲਾਸ ਬਾਲਕੇ ਦਾ, ਪਰ ਸ਼ੁਕਰ ਹੈ ਕਿ ਕੁਛ ਮੰਗਿਆ ਨੇ। ਇਹਨਾਂ ਨੂੰ ਕੋਈ ਪਰਵਾਹ ਪਈ ਹੈ। ਉਸੇ ਦਿਨ ਇੱਕ ਸੋਹਣੀ ਸੁਬਕ ਸੈਰ ਕਰਨ ਵਾਲੀ ਕੀਮਤੀ ਕਿਸ਼ਤੀ ਆਪ ਦੀ ਭੇਟਾਂ ਕਰ ਦਿੱਤੀ ਗਈ। ਇਹ ਵੀ ਦੱਸੀਦਾ ਹੈ ਕਿ ਸਮਾਂ ਪਾ ਕੇ ਉਸ ਦੇ ਘਰ 5 ਹੀ ਪੁੱਤਰ ਹੋ ਗਏ।